ਅਰਦਾਸ ਕਰਕੇ ਕੜਾਹ ਪ੍ਰਸ਼ਾਦ ਵਰਤਾਵੇ ਤੇ ਉਸੇ ਦਿਨ ਹੀ ਪਾਠ ਪ੍ਰਾਰੰਭ ਕਰ ਦੇਵੇ। ਜੇ ਹੋ ਸਕੇ ਤਾਂ ਉੱਥੇ ਹੀ ਅਲਾਣੀਆਂ ਆਦਿ ਪੜ੍ਹ ਕੇ ਅਰਦਾਸ ਕਰਕੇ ਪਾਠ ਪ੍ਰਾਰੰਭ ਕਰਕੇ ਪ੍ਰਸ਼ਾਦ ਵਰਤਾਏ। ਨਹੀਂ ਤਾਂ ਘਰ ਆ ਕੇ ਉਸੇ ਵਕਤ ਉਸੇ ਹੀ ਦਿਨ ਪ੍ਰਾਰੰਭ ਕਰ ਦੇਵੇ। ਪਹਿਲਾ ਪਹਿਰ ਹੋਵੇ ਭਾਵੇਂ ਪਿਛਲਾ ਪਹਿਰ। ਜੇ ਤਾਂ ਹਿੰਮਤ ਹੋਵੇ ਸ੍ਰੀ ਅਖੰਡ ਪਾਠ ਸਾਹਿਬ ਦੀ ਤਾਂ ਸ੍ਰੀ ਅਖੰਡ ਪਾਠ ਸਾਹਿਬ ਕਰਾਵੇ। ਜੇ ਸਹਿਜ ਪਾਠ ਦੀ ਹਿੰਮਤ ਹੋਵੇ ਤਾਂ ਸਹਿਜ ਪਾਠ ਹੋਵੇ। ਤੇ 10 ਦਿਨਾਂ ਦੇ ਅੰਦਰ ਪੂਰਾ ਕਰਨਾ ਚਾਹੀਦਾ ਪਾਠ। 10 ਦਿਨ ਪ੍ਰਾਣੀ ਦੇ ਨਿਮਿਤ ਨਿਤਨੇਮ ਦੀ ਬਾਣੀ ਦੇ ਪਾਠ ਕਰੇ। 5 ਬਾਣੀਆਂ ਅੰਮ੍ਰਿਤ ਦੀਆਂ, ਰਹਿ ਰਾਸ, ਕੀਰਤਨ, ਸੋਹਿਲਾ, ਆਸਾ ਦੀ ਵਾਰ, ਸੁਖਮਨੀ ਸਾਹਿਬ, ਅਲਾਣੀਆਂ, ਪਾਤਸ਼ਾਹੀ ਨੌਵੀਂ ਦੀ ਸਾਰੀ ਬਾਣੀ। ਜੇ ਸਧਾਰਨ ਪਾਠ ਹੋਵੇ ਤਾਂ ਇੱਕ ਨਿਤਨੇਮ ਹਰ ਰੋਜ਼ ਕਰੇ। ਜੇ ਸ੍ਰੀ ਅਖੰਡ ਪਾਠ ਹੋਵੇ ਤਾਂ ਸ੍ਰੀ ਅਖੰਡ ਪਾਠ ਦੇ ਨਾਲ ਹੀ 10 ਨਿਤਨੇਮ ਕਰਕੇ ਭੋਗ ਪਾ ਕੇ ਤੇ ਅਰਦਾਸ ਕਰਨੀ। ਤੋ ਮਰਨ ਵਾਲੀ ਜਗ੍ਹਾ ਤੇ ਹਰ ਰੋਜ਼ ਸਵੇਰ ਦੇ ਵਕਤ ਜੈਸਰੀ ਦੀ ਵਾਰ ਦੇ 2-2 ਸ਼ਲੋਕਾਂ ਦੀ ਕਥਾ ਤੇ ਸਹਿਸਕ੍ਰਿਤੀ ਦੇ 6-6 ਸ਼ਲੋਕਾਂ ਦੀ ਕਥਾ ਹੋਵੇ। 10 ਦਿਨ ਤੱਕ ਕਰੇ ਤੇ ਸ਼ਾਮ ਦੇ ਵਕਤ ਇਤਿਹਾਸ ਦੀ ਕਥਾ ਕਰੇ ਰੋਜ਼ ਹੀ। ਸਭ ਪ੍ਰਾਣਾਂ ਦੀ ਕਥਾ ਤੋਂ ਬਹੁਤ ਹੀ ਵੱਡਾ ਮਹਾਤਮ ਹੈ। ਪ੍ਰਾਣੀ ਅਵਗਤ ਨਹੀਂ ਜਾਂਦਾ। ਸੁਖ ਹੁੰਦਾ ਤੇ ਸੱਚਖੰਡ ਵਿੱਚ ਜਾਂਦਾ ਬਾਣੀ ਦੀ ਕਥਾ ਸ਼ਰਵਣ ਕਰਨ ਨਾਲ। ਅੰਮ੍ਰਿਤਧਾਰੀ ਹੋਵੇ ਜਾਂ ਦੂਜਾ, ਇੱਕੋ ਹੀ ਮਰਿਆਦਾ ਹੈ। ਜੇ ਕਥਾ ਕਰਨ ਵਾਲਾ ਨਾ ਹੋਵੇ ਤਾਂ ਪ੍ਰਾਣੀ ਦੀ ਚੜ੍ਹਾਈ ਵਾਲੀ ਜਗ੍ਹਾ ਤੇ ਇੱਕੇ ਦਿਨ ਹੀ ਸਾਰੀ ਜੈਸਰੀ ਦੀ ਵਾਰ ਤੇ ਸਹਿਸਕ੍ਰਿਤੀ ਪੜ੍ਹ ਦੇਵੇ ਸੁਬਾਹ ਦੇ ਵਕਤ। ਜੇ ਪ੍ਰਾਣੀ ਨੇ ਕਿਤੇ ਹੋਰ ਥਾਂ ਤੇ ਚੜ੍ਹਾਈ ਕੀਤੀ ਹੋਵੇ ਤਾਂ ਰਾਖ ਚੁੱਕਣ ਵਕਤ ਜੈਸਰੀ ਦੀ ਵਾਰ ਤੇ ਵਡਹੰਸ ਦੀ ਵਾਰ ਤੇ ਸਹਿਸਕ੍ਰਿਤੀ ਦੇ ਪਾਠ ਕਰ ਦੇਵੇ। ਕੀਰਤਨ ਦੋਨੋਂ ਵਕਤ ਹੋਵੇ। ਸਵੇਰੇ ਆਸਾ ਦੀ ਵਾਰ ਦਾ ਕੀਰਤਨ ਹੋਵੇ ਤੇ ਸ਼ਾਮ ਨੂੰ ਵੈਰਾਗਮਈ ਸ਼ਬਦਾਂ ਦਾ ਕੀਰਤਨ ਹੋਵੇ ਤੇ ਦੇਗ ਦੁਸਹਿਰੇ ਤੱਕ ਰੋਜ਼ ਹੁੰਦੀ ਰਹੇ। ਹੋਰ ਜਿੰਨਾ ਸਿਮਰਨ ਭਜਨ ਹੋ ਜਾਏ ਉਸ ਪ੍ਰਾਣੀ ਵਾਸਤੇ ਪਰਲੋਕ ਵਿੱਚ ਸਹਾਇਤਾ ਦਿੰਦਾ ਹੈ। ਸੰਬੰਧੀਆਂ ਨੂੰ ਮੁਕਾਣੀ ਜਾ ਕੇ ਰੋਣਾ ਪਿੱਟਣਾ, ਸੋਗ ਮਾਈਆਂ ਵੱਲੋਂ ਸਿਆਪੇ ਕੋਈ ਨਹੀਂ ਕਰਨੇ ਚਾਹੀਦੇ। ਭਾਣਾ ਮੰਨਣਾ ਚਾਹੀਦਾ, ਰਾਜਾ ਵਿੱਚ ਰਹਿਣਾ ਚਾਹੀਦਾ। ਇਹ ਸਤਿਗੁਰੂ ਸਾਹਿਬ ਦੇ ਪਰਿਵਾਰ ਨੇ ਵੀ ਇਸ ਤਰ੍ਹਾਂ ਕਰਕੇ ਵਿਖਾਈ। ਬੀਬੀ ਭਾਨੀ ਜੀ ਰੋਈ ਨਹੀਂ ਜਦੋਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਜੋਤੀ ਜੋਤ ਸਮਾਏ ਹਨ। ਸਤਿਗੁਰੂ ਸਾਹਿਬ ਦਾ ਹੁਕਮ ਮੰਨਿਆ। ਇਸ ਪ੍ਰਕਾਰ ਸਾਧ ਸੰਗਤ ਜੀ ਬੇਅੰਤ ਬੀਬੀਆਂ ਹੋ ਚੁੱਕੀਆਂ, ਉਹ ਭਾਣੇ ਨੂੰ ਮੰਨਦੀਆਂ ਰਹੀਆਂ ਨੇ। ਸੋ ਸਾਧ ਸੰਗਤ ਜੀ ਰੋਣਾ ਪਿੱਟਣਾ, ਸਿਆਪਾ ਕਰਨਾ, ਉਸ ਮੁਰਦੇ ਨੂੰ ਦੁੱਖ ਦੇਣਾ ਜਿਹੜਾ ਸਰੀਰ ਛੱਡ ਕੇ ਗਿਆ ਹੈ। ਪਾਰਸ ਭਾਗ ਗ੍ਰੰਥ ਵਿੱਚ ਲਿਖਿਆ ਕਿ ਮਾਈਆਂ ਦੇ ਉਲਟੇ ਕੰਮ ਕਰਨੇ ਕਰਕੇ ਵਾਹਿਗੁਰੂ ਵੱਲੋਂ ਇਹ ਪਿੱਟਣ ਦੀ ਆਪ ਹੀ ਆਪ ਨੂੰ ਸਜ਼ਾ ਦੇਣੀ, ਇਹ ਸਜ਼ਾ ਮਿਲੀ ਹੈ। ਜੋ ਇਹਨਾਂ ਦੇ ਹੱਥੋਂ ਹੀ ਮੂੰਹ ਆਦਿਕ ਦੇ ਉੱਤੇ ਜਾਂ ਹੋਰ ਜਿੱਥੇ ਤਿਹੱਥੜ ਮਾਰੇ ਜਾਂਦੇ, ਪਰ ਗੁਰਮਤਿ ਸੁਤੰਤਰ ਹੈ। ਇਸ ਵਾਸਤੇ ਹਾਏ ਹਾਏ ਓਏ ਆਦਿ ਕਰਕੇ ਬਿਲਕੁਲ ਰੋਣਾ ਮਨਾ ਹੈ। ਇੰਝ ਕਥਰੂ ਵੀ ਨਹੀਂ ਜਿਹੜੀ ਛੱਡਣੀ ਹੈ, ਉਹ ਜਾਣ ਵਾਲੇ ਪ੍ਰਾਣੀ ਨੂੰ ਸਮੁੰਦਰ ਵਿੱਚ ਡੋਬਣ ਵਾਲੀ ਗੱਲ ਬਣ ਜਾਂਦੀ ਹੈ। ਉਸ ਨੂੰ ਸਮੁੰਦਰ ਵਾਂਗੂ ਡੋਬਣ ਵਾਲਾ ਕਾਰਨ ਬਣ ਜਾਂਦੀ ਹੈ। ਇਸ ਕਰਕੇ ਭਾਣਾ ਮੰਨਣਾ ਸਾਰੇ ਪਰਿਵਾਰ ਨੂੰ ਯੋਗ ਹੈ। ਤੇ ਜੋ ਰੋਣਾ ਹੈ ਪਰਲੋਕ ਵਿੱਚ ਹਨੇਰਾ ਕਰਦਾ ਹੈ। ਜਿਵੇਂ ਇੱਕ ਮਾਈ ਮਰੇ ਹੋਏ ਪੁੱਤਰ ਨੂੰ ਦਿਨ ਰਾਤ ਰੋਂਦੀ ਰਹੀ। ਇੱਕ ਰਾਤ ਸੁਪਨੇ ਵਿੱਚ ਮਿਲਿਆ ਤਾਂ ਪੁੱਛਿਆ, ਪੁੱਤਰ ਸਭ ਦੇ ਅੱਗੇ ਚੰਨ ਹੈ ਤੇ ਪਰਲੋਕ ਦਾ ਰਸਤਾ ਦਿਸਦਾ, ਤੇਰੇ ਅੱਗੇ ਹਨੇਰਾ ਕਿਉਂ ਹੈ? ਤੇਰਾ ਦੀਵਾ ਕਿਉਂ ਨਹੀਂ ਜਗਦਾ? ਤਾਂ ਕਿਹਾ ਉਹ ਪੁੱਤਰ ਨੇ, ਤੇਰੇ ਰੋਣ ਕਰਕੇ ਅਥਰੂ ਵਗ ਕੇ ਦੀਵਾ ਬੁਝਾ ਦਿੰਦੇ ਹਨ ਤੇ ਹਨੇਰਾ ਹੋ ਜਾਂਦਾ। ਉਸ ਤੋਂ ਬਾਅਦ ਫਿਰ ਉਹ ਮਾਈ ਕਦੇ ਨਹੀਂ ਰੋਈ। ਇਸੇ ਤਰ੍ਹਾਂ ਬਾਬਾ ਆਨੰਦ ਸਿੰਘ ਜੀ ਦੀਆਂ ਸਾਖੀਆਂ ਵਿੱਚ ਵੀ ਉਹਨਾਂ ਕਲੇਰਾਂ ਵਾਲੇ ਮਹਾਂਪੁਰਖਾਂ ਦੇ ਕੋਲ ਇੱਕ ਜੋਗੀ ਆਇਆ ਮਿਰਤਕ ਰੂਪ ਦੇ ਵਿੱਚ। ਉਹ ਸਾਰਾ ਚੋਗਾ ਭਿੱਜਿਆ ਹੋਇਆ। ਮਹਾਂਪੁਰਖ ਕਹਿੰਦੇ, ਭਾਈ ਤੂੰ ਆ, ਕਹਿੰਦੇ ਮੈਨੂੰ ਮੁੜਨਾ ਪਿਆ ਵਾਪਸ। ਆ ਦੇਖੋ ਸਾਰਾ ਚੋਗਾ ਮੇਰਾ ਭਿੱਜਿਆ ਪਿਆ। ਮੇਰੀ ਮਾਤਾ ਮੇਰੇ ਪਿੱਛੋਂ ਬਹੁਤ ਰੋਂਦੀ ਹੈ। ਜੇ ਤੁਸੀਂ ਉਹਨੂੰ ਸਮਝਾ ਦਿਓ ਤਾਂ ਮੇਰੀ ਮਾਤਾ ਰੋਵੇ ਨਾ, ਮੈਨੂੰ ਪਰਲੋਕ ਵਿੱਚ ਬੜੀ ਤਕਲੀਫ ਹੁੰਦੀ ਇਸ ਗੱਲ ਦੀ। ਸੋ ਇਸ ਕਰਕੇ ਸਾਧ ਸੰਗਤ ਜੀ ਕਦੇ ਵੀ ਰੋਣਾ ਨਹੀਂ। ਮ੍ਰਿਤਕ ਨੂੰ ਜਿੰਨਾ ਪਾਠ ਕਰਾਂਗੇ ਉਨੀ ਉਹਦੀ ਮਦਦ ਹੋਵੇਗੀ ਪਰਲੋਕ ਦੇ ਵਿੱਚ। ਬਾਕੀ ਫੁੱਲਾਂ ਦੀ ਬਾਬਤ ਜਦੋਂ ਪ੍ਰਾਣੀ ਦਾ ਸੰਸਕਾਰ ਕੀਤਾ ਜਾਵੇ, ਹਿੰਦੂ ਜਿਹੜੇ ਹਨ ਉਹ 2.5 ਲਕੀਰਾਂ ਕੱਢ ਕੇ ਸਿਰ ਦੇ ਵਿੱਚ ਸੋਟੀ ਮਾਰ ਕੇ ਕਪਾਲ ਕਿਰਿਆ ਕਰਦੇ ਨੇ। ਸਤਿਗੁਰੂ ਸਾਹਿਬ ਜੀ ਦੇ ਮਤ ਅਨੁਸਾਰ ਕਪਾਲ ਕਿਰਿਆ ਕਰਨੀ ਮਨਾ ਹੈ। ਉਸੇ ਤਰ੍ਹਾਂ ਸਰੀਰ ਦਾ ਸੰਸਕਾਰ ਹੋਣਾ ਚਾਹੀਦਾ। ਸਿੰਘਾਂ ਦੀ ਚੀਖਾ ਨਹੀਂ ਫੁੱਲਣੀ, ਧਾਗੇ ਕੱਚੇ ਨਹੀਂ ਬੰਨਣੇ, ਕਿੱਲੀਆਂ ਗੱਡ ਕੇ ਚੌਥਾ ਨਹੀਂ ਕਰਨਾ। ਇਸੇ ਪ੍ਰਕਾਰ ਕਈ ਫੁੱਲ ਆਦਿਕ ਚੁੱਕ ਕੇ ਕੋਈ ਗੰਗਾ ਵਿੱਚ ਪਾਉਂਦੇ ਨੇ, ਕੋਈ ਕਿਤੇ ਲੈ ਜਾਂਦੇ ਨੇ। ਗੁਰੂ ਕਲਗੀਧਰ ਜੀ ਨੇ ਮਰਿਆਦਾ ਬਣਾਤੀ ਕਿ ਅੰਗੀਠਾ ਨਹੀਂ ਫੁੱਲਣਾ ਚਾਹੀਦਾ, ਫੁੱਲ ਨਹੀਂ ਚੁਗਣੇ ਚਾਹੀਦੇ। ਜਿਹੜੀ ਰਾਖ ਹੈ ਉਹ ਸਾਰੀ ਰਾਖ ਸਮੇਤ ਅਸਥੀਆਂ ਦਰਿਆ ਵਿੱਚ ਪਾ ਦਿਓ। ਜਾਂ ਬੇਅਦਬੀ ਤੋਂ ਸਾਹਮਣੀਆਂ ਹੋਣ ਤਾਂ ਉੱਥੇ ਹੀ ਟੋਆ ਪੁੱਟ ਕੇ ਰਾਖ ਸਮੇਤ ਦੱਬ ਦੇਵੇ ਤੇ ਕਿਰਪਾਨ ਤੇ ਕੜਾ ਵਿੱਚ ਹੀ ਰਹਿਣ ਦੇਵੇ। ਜਾਂ ਕੀਰਤਪੁਰ ਸਾਹਿਬ ਜਾਂ ਗੋਇੰਦਵਾਲ ਸਾਹਿਬ ਲੈ ਜਾ ਕੇ ਸਮੇਤ ਰਾਖ ਸਭ ਕੁਝ ਪਾ ਦੇਣਾ। ਇਹ ਗੁਰਮਤਿ ਦਾ ਅਸੂਲ ਹੈ। 6ਵੇਂ ਪਾਤਸ਼ਾਹ ਨੇ ਜਦੋਂ ਭਾਈ ਗੁਰਦਾਸ ਜੀ ਦਾ ਸੰਸਕਾਰ ਕੀਤਾ ਹੈ ਸ੍ਰੀ ਗੋਇੰਦਵਾਲ ਸਾਹਿਬ,
ਉਸ ਵਕਤ ਭਾਈ ਗੁਰਦਾਸ ਜੀ ਨੇ ਕਿਹਾ ਸੀ, ਮਹਾਰਾਜ ਮੇਰੀ ਮੜੀ ਨਾ ਬਣਾਉਣੀ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀਓ ਮੈਨੂੰ ਮਟੀਆਂ ਵਿੱਚ ਨਾ ਪਾਇਓ, ਮੇਰੀ ਰੱਖਿਆ ਕਰਿਓ। ਸਤਿਗੁਰੂ ਸਾਹਿਬ ਨੇ ਕਿਹਾ, ਭਾਈ ਗੁਰਦਾਸ ਜਿਵੇਂ ਤੂੰ ਕਹੇ ਉਸੇ ਤਰ੍ਹਾਂ ਕਰਾਂਗੇ। ਸੋ ਭਾਈ ਗੁਰਦਾਸ ਦੇ ਸਰੀਰ ਨੂੰ ਬਿਆਸਿਆ ਦੇ ਕਿਨਾਰੇ ਸੰਸਕਾਰ ਕੇ ਬਿਆਸੇ ਵਿੱਚ ਸਾਰੀ ਰਾਖ ਰੋੜ ਦਿੱਤੀ ਸੀ। ਇਹ ਛੇਵੇਂ ਪਾਤਸ਼ਾਹ ਜੀ ਤੋਂ ਭਾਈ ਗੁਰਦਾਸ ਜੀ ਨੇ ਮੰਗਿਆ ਸੀ। ਉਸੇ ਪ੍ਰਕਾਰ ਸੱਚੇ ਪਾਤਸ਼ਾਹ ਗਰੀਬ ਨਵਾਜ਼ ਨੇ ਕੀਤਾ ਸੀ। ਇਹ ਗੁਰਮਤਿ ਦਾ ਅਸੂਲ ਸਮਝਣਾ। ਸੋ ਇਸ ਬਹਾਨੇ ਜੇ ਆਪਾਂ ਉੱਥੇ ਕਈ ਵਾਰ ਹੁੰਦਾ ਲਾਗੇ ਕੋਈ ਨਦੀ ਜਾਂ ਦਰਿਆ ਵਿੱਚ ਰਾਖ ਪਾ ਵੀ ਸਕਦੇ ਹਾਂ, ਪਰ ਉਹ ਤਾਂ ਆਤਮ ਮਜਬੂਰੀ 'ਚ ਹੋਇਆ ਨਾ। ਸੋ ਗੁਰਮਤਿ ਅਨੁਸਾਰ ਮੇਰੇ ਵਿਚਾਰ ਵਿੱਚ ਇਸ ਤਰ੍ਹਾਂ ਗੱਲ ਹੈ ਕਿ ਜਿਵੇਂ ਕੀਰਤਪੁਰ ਸਾਹਿਬ ਜਾਂਦੇ ਇਸ ਬਹਾਨੇ ਚਲੋ ਦਰਸ਼ਨ ਵੀ ਕਰੇ ਆਉਂਦੇ, ਗੁਰੂ ਘਰ ਦੇ ਨਾਲੇ ਪਾਠ ਸੁਣਦੇ, ਦੇਖ ਕਰਾਉਂਦੇ ਆ। ਇਹ ਸ੍ਰੀ ਗੋਇੰਦਵਾਲ ਸਾਹਿਬ ਵੀ ਜਾ ਕੇ ਆਪਾਂ ਜਾਂ ਜਲ ਪਾ ਸਕਦੇ ਹਾਂ। ਜਲ ਦੇ ਵਿੱਚ ਜਿਵੇਂ ਉੱਥੇ ਵੀ ਧਾਰਮਿਕ ਸਥਾਨ ਹੈ, ਪ੍ਰਾਣੀ ਦੀ ਅਰਦਾਸ ਵੀ ਹੋ ਜਾਂਦੀ ਹੈ। ਇਸ ਤਰ੍ਹਾਂ ਜਿੱਥੇ ਕੋਈ ਨਦੀ ਦਰਿਆ ਗੁਰੂ ਘਰ ਹੋਵੇ ਲਾਗੇ, ਉੱਥੇ ਪਾ ਕੇ ਇਸ਼ਨਾਨ ਪੰਜ ਇਸ਼ਨਾਨਾਂ ਕਰਕੇ ਮੱਥਾ ਟੇਕ ਕੇ ਦੇਖ ਕਰਵਾ ਕੇ ਸਿੰਘ ਤੋਂ ਅਰਦਾਸ ਕਰਾਵੇ, ਗ੍ਰੰਥੀ ਸਿੰਘ ਅਰਦਾਸ ਕਰੇ, ਕੀਰਤਨ ਸੁਣੇ। ਜੇ ਆਪਾਂ ਐਵੇਂ ਹੀ ਕਿਸੇ ਦਰਿਆ ਤੇ ਕਿਸੇ ਥਾਂ ਤੇ ਪਾ ਵੀ ਦੇਵਾਂਗੇ ਰਾਖ, ਪਾ ਕੇ ਮੁੜ ਵੀ ਆਵਾਂਗੇ, ਉੱਥੇ ਨਾ ਤੇ ਕੋਈ ਦੇਖ ਕਰਾਉਣੀ ਨਾ ਕੀਰਤਨ ਸੁਣਨਾ, ਉਹ ਮੇਰੇ ਖਿਆਲ ਨਾਲ ਉਹਦੇ ਨਾਲੋਂ ਵਧੀਆ ਇਹੀ ਚੰਗਾ ਹੈ ਕਿ ਜਿੱਥੇ ਧਾਰਮਿਕ ਸਥਾਨ ਹੋਣ ਉੱਥੇ ਨਾਲੇ ਬਹਾਨੇ ਨਾਲ ਦਰਸ਼ਨ ਹੋ ਜਾਂਦੇ ਨੇ ਤੇ ਨਾਲੇ ਆਪਣਾ ਰਾਖ ਪਾਇਆ ਹੁੰਦਾ, ਬੰਦਾ ਅਰਦਾਸ ਬੇਨਤੀ ਹੋ ਜਾਂਦੀ। ਜਿੱਥੇ ਵੀ ਜਿਵੇਂ ਪਾਉਂਟਾ ਸਾਹਿਬ ਵੀ ਨਾਲ ਜਮਨਾ ਵਗਦੀ ਹੈ, ਉੱਥੇ ਵੀ ਜਾ ਕੇ ਆਪਾਂ ਬੇਨਤੀ ਕਰ ਸਕਦੇ ਹਾਂ। ਸੋ ਜਿਹੜੇ ਅਧਮ ਆਦਮੀ ਹਨ ਉਹ ਤਾਂ ਗਤੀਆਂ ਕਰਾਉਂਦੇ ਫਿਰਦੇ ਨੇ, ਜਿਹੜੇ ਮੱਧਮ ਆਦਮੀ ਹਨ ਉਹ ਫੁੱਲ ਗੰਗਾ ਵਿੱਚ ਪਾਉਂਦੇ ਫਿਰਦੇ ਹਨ, ਤੇ ਜਿਹੜੇ ਉੱਤਮ ਹਨ ਉਹ ਮਹਾਰਾਜ ਜੀ ਦਾ ਹੁਕਮ ਹੈ ਅੰਗੀਠਾ ਨਹੀਂ ਫੋਲਦੇ। ਇਸ ਪ੍ਰਕਾਰ ਦਾ ਤਰੀਕਾ ਸਮਝਣਾ। ਮਹਾਰਾਜ ਤੀਜੇ ਪਾਤਸ਼ਾਹ ਨੇ ਬਚਨ ਕੀਤਾ, ਫੁੱਲ ਹਰ ਸਰ ਪਾਵੇ। ਜਿਹੜਾ ਕਹਿੰਦੇ ਹਨ ਉਹਦੇ ਵਿੱਚ ਤਾਂ ਮਹਾਰਾਜ ਸਾਹਿਬ ਨੇ ਕਿਹਾ ਹੈ, ਹਰੀ ਦੇ ਸਰਸ ਦਰਸ਼ ਫੁੱਲ ਪਾ ਦਿਓ। ਮਹਾਰਾਜ ਜੀ ਦੇ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਹੋ ਸਕਦੀ। ਨਾਮ ਤੁਲ ਕਾ ਸ਼ਬਰ ਨਾ ਹੋਏ। ਹਰ ਨਾਮ ਹਰੀ ਦਾ, ਹਰ ਸਰ ਗੰਗਾ ਦਾ ਅਰਥ ਕਰਦੇ ਨੇ, ਇਹ ਵੀ ਖਿੱਚੋ ਖਿੱਚੀ ਕਰਦੇ ਨੇ। ਹਰ ਸਰ ਇਕੱਠਾ ਗੰਗਾ ਦਾ ਨਾਮ ਨਾ ਵੇਦਾਂ ਵਿੱਚ ਹੈ ਤੇ ਨਾ ਕੋਸ਼ਾਂ ਵਿੱਚ ਆਇਆ। ਅਸਲ ਵਿੱਚ ਹਰ ਨਾਮ ਹਰੀ ਦਾ ਹੈ। ਹਰ ਸਰ ਸਰਾਰੇ ਸਿਹਾਰੀ ਹੈ, ਹਰ ਸਰ ਵਸੈ ਹਉਮੈ ਮਾਰ। ਇਸ ਪ੍ਰਕਾਰ ਸਾਧ ਸੰਗਤ ਜੀ ਪਰਮੇਸ਼ਰ ਦਾ ਨਾਮ ਹੈ, ਹੋਰ ਕਿਸੇ ਦਾ ਨਾਮ ਨਹੀਂ ਸਮਝਣਾ। ਮਹਾਰਾਜ ਸਾਹਿਬ ਨੇ ਕਿਹਾ, ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕਾਮਾ। ਸੰਸਾਰ ਦੀਆਂ ਕਾਮਨਾ ਦੇ ਬਦਲੇ ਕੋਈ ਗੰਗਾ ਤੇ ਜਾਂਦੇ, ਕੋਈ ਗੋਦਾਵਰੀ ਤੇ ਜਾਂਦੇ ਨੇ। ਨਾਰਾਇਣ ਸੋ ਪ੍ਰਸੰਨ ਹੋਏ ਤਾਂ ਸੇਵਕ ਨਾਮਾ। ਪਰਮੇਸ਼ਰ ਦੇ ਸੇਵਕ ਬਣ ਕੇ ਰਹਿਣਾ ਚਾਹੀਦਾ, ਬਿਨਾਂ ਅਕਾਲ ਪੁਰਖ ਦੇ ਕਿਸੇ ਦਾ ਪੂਜਨ ਨਹੀਂ ਕਰਨਾ ਚਾਹੀਦਾ। ਇਹ ਗੁਰਮਤਿ ਦਾ ਅਸੂਲ ਸਮਝ ਲੈਣਾ। ਫੁੱਲ ਹਰ ਸਰ ਦਾ ਅਰਥ ਉੱਥੇ ਸੋ ਜਿਹੜਾ ਹੈ ਕੀਤਾ ਰਾਮਕਲੀ ਸਾਹਿਬ ਦੇ ਵਿੱਚ ਦਾਸ ਨੇ ਉਹ ਕਥਾ ਵੀ ਕੀਤੀ ਸੀ। ਇੰਗਲੈਂਡ ਵਿੱਚ ਉਹ ਅੰਮ੍ਰਿਤ ਬਾਣੀ ਰੇਡੀਓ ਤੇ ਰਿਕਾਰਡਿੰਗ ਵੀ ਹੋਈ ਸੀ, ਤਾਂ ਉਹ ਸਾਰੀ ਸੰਗਤ ਨੇ ਬੜੀ ਪਸੰਦ ਵੀ ਕੀਤੀ, ਖੁਲਾਸਾ ਕਰਕੇ ਸੁਣਾਇਆ ਵੀ ਸੀ। ਹਰ ਸਰ ਹੁੰਦਾ ਸਾਧ ਸੰਗਤ। ਮਹਾਰਾਜ ਤੇ ਬਚਨ ਕੀਤਾ, ਸਾਡੀ ਰਾਖ ਉੱਥੇ ਖਿਲਾਰ ਦਿਓ ਜਿੱਥੇ ਸੰਗਤ ਬੈਠਦੀ ਹੋਵੇ, ਉਹ ਸੰਗਤ ਦੇ ਚਰਨਾਂ ਥੱਲੇ ਸਾਡੀ ਰਾਖ ਖਿਲਾਰ ਦਿਓ ਤਾਂ ਕਿ ਸਾਧ ਸੰਗਤ ਦੇ ਚਰਨਾਂ 'ਚ ਰਹੀਏ। ਸਤਿਗੁਰੂ ਨੇ ਇਹ ਨਿਮਰਤਾ ਦਿਖਾਈ ਸੀ। ਸੋ ਸ਼ੂਦਰਾਂ ਵਿੱਚ 40 ਦਿਨ ਸੋਗ ਕਰਦੇ ਨੇ, ਵੈਸ਼ਾਂ ਵਿੱਚ 17, ਖੱਤਰੀ ਬ੍ਰਾਹਮਣ ਜਿਹੜੇ ਨੇ ਉਹ 12 13 ਕਰਦੇ ਨੇ। ਪਰ ਖਾਲਸੇ ਨੂੰ ਜਿਵੇਂ ਸਭ ਕੌਮਾਂ ਤੋਂ ਵੱਡਾ ਆਪਣਾ ਰੂਪ ਹੀ ਬਣਾਇਆ, ਸਭ ਨਿਯਮ ਸੁਤੰਤਰ ਵਹਿਮਾਂ ਭਰਮਾਂ ਸੋਗਾਂ ਤੋਂ ਰਹਿਤ ਕਰਨ ਲਈ ਸੁੰਦਰ ਤੇ ਸੁਤੰਤਰ ਬਣਾਏ ਨੇ। ਖਾਲਸੇ ਨੂੰ ਦੁਸਹਿਰਾ ਕਰਨ ਦਾ ਹੁਕਮ ਹੈ, 17 ਕਦੇ ਨਹੀਂ ਕਰਨਾ। 10 ਦਿਨਾਂ ਤੋਂ ਬਾਅਦ ਦੁਸਹਿਰੇ ਵਾਲੇ ਦਿਨ ਭੋਗ ਪਾਵੇ। ਪਹਿਲੇ ਪੈਰ ਜਾਂ ਪਿਛਲੇ ਪੈਰ ਜਦੋਂ ਠੀਕ ਹੋਵੇ ਭੋਗ ਪਾ ਸਕਦੇ ਹੋ, ਅਤੇ ਆਰੰਭ ਵੀ ਸਵੇਰ ਦੇ ਵਕਤ ਹੋ ਸਕਦਾ ਹੈ। ਪਾਠ ਦੇ ਭੋਗ ਤੇ ਉਸ ਪ੍ਰਾਣੀ ਦੇ ਨਿਮਿਤ ਪਾਠੀ ਸਿੰਘ ਨੂੰ ਸਾਰੀ ਪੁਸ਼ਾਕ ਅਤੇ ਜਥਾ ਸ਼ਕਤ ਮਾਇਆ ਦੇਣੀ ਚਾਹੀਦੀ ਹੈ, ਅਤੇ ਬਸਤਰ ਬਰਤਨ ਆਦਿ ਭੇਟ ਕਰਨੇ ਚਾਹੀਦੇ ਹਨ, ਤੇ ਜਿਹੋ ਜਿਹੀ ਹਿੰਮਤ ਹੋਵੇ ਅੰਨ ਲੰਗਰ ਕਰਕੇ ਸਾਧ ਸੰਗਤ ਨੂੰ ਛਕਾਉਣਾ ਚਾਹੀਦਾ। ਸਾਧ ਸੰਗਤ ਜੀ ਪਾਠੀ ਸਿੰਘ ਦੀ ਸੇਵਾ ਚੰਗੀ ਤਰ੍ਹਾਂ ਕਰਨੀ, ਪ੍ਰਸੰਨਤਾ ਲੈਣੀ ਜ਼ਰੂਰੀ ਹੈ। ਵੱਡੇ ਜਾਣ ਕੇ ਬ੍ਰਾਹਮਣਾਂ ਨੂੰ ਕੱਪੜੇ ਦੇਣੇ ਇਹ ਯੋਗ ਨਹੀਂ ਹੈ। ਦੂਜੇ ਗਰੀਬਾਂ ਦੀ ਤਰ੍ਹਾਂ ਇਹਨਾਂ ਨੂੰ ਵੀ ਪੁੰਨ ਦਾਨ ਕੀਤਾ ਜਾ ਸਕਦਾ। 17 ਕਰਨਾ ਮਨ੍ਹਾ ਹੈ। ਸਭ ਤੋਂ ਪਹਿਲਾਂ ਜੋ ਅਖੰਡ ਪਾਠ ਜਾਂ ਸਧਾਰਨ ਪਾਠ ਕੀਤਾ ਜਾਵੇ ਤਾਂ 18, 10, 20 ਤੋਂ ਮਗਰੋਂ ਸਿਰਫ ਸੱਦ ਦਾ ਪਾਠ ਕਰਨਾ। ਜੇ ਫਿਰ ਬਰਸੀ ਮਨਾਈ ਜਾਵੇ ਤਾਂ ਜਿਵੇਂ ਆਮ ਮਰਿਆਦਾ ਉਹ ਰੱਖਣੀ ਹੈ। ਸ੍ਰੀ ਅਖੰਡ ਪਾਠ ਦੇ ਬਾਅਦ ਸ੍ਰੀ ਜਪਜੀ ਸਾਹਿਬ ਸੰਪੂਰਨ ਤੇ ਸਧਾਰਨ ਪਾਠ ਦੇ ਮਗਰੋਂ ਜਪਜੀ ਸਾਹਿਬ ਦੀਆਂ 5 ਪੌੜੀਆਂ ਤੇ ਸ਼ਲੋਕ ਪੜ੍ਹ ਕੇ ਭੋਗ ਪਾਉਣਾ ਤੇ ਕੀਰਤਨ ਕਰਨਾ ਜ਼ਰੂਰੀ ਹੈ। ਸੋ ਜਿਵੇਂ ਜਿਵੇਂ ਟਕਸਾਲ ਦੀ ਮਰਿਆਦਾ ਆਪਾਂ ਸ਼ਰਵਣ ਕਰ ਰਹੇ ਹਾਂ, ਸੋ ਕਈਆਂ ਨੇ ਫਿਰ ਟਕਸਾਲ ਦੇ ਵਿਰੋਧ ਵਿੱਚ ਆਪਣੀਆਂ ਸੰਸਥਾਵਾਂ ਜਦੋਂ ਖੜੀਆਂ ਕੀਤੀਆਂ, ਉਹਨਾਂ ਨੇ ਫਿਰ ਜਿੰਨੀ ਟਕਸਾਲ ਦੀ ਮਰਿਆਦਾ ਸੀ ਹਰ ਇੱਕ ਗੱਲ ਨੂੰ ਇਹਦੇ ਵਿਰੁੱਧ ਕੀਤਾ ਜਾਣ ਕੇ।
ਤਾਂ ਕਿ ਟਕਸਾਲ ਦੀ ਹਰ ਗੱਲ ਦੇ ਵਿੱਚ ਵਿਰੋਧ ਕਰੀਏ। ਜਪਜੀ ਸਾਹਿਬ ਦੀ ਬਾਅਦ ਚ ਪੜਨਾ, ਰਾਮ ਕਲੀ ਸੱਦ ਦੀ ਕੀ ਲੋੜ ਹੈ, ਤਾਂ ਕਿ ਜਿਹੜੀ ਸੰਗਤ ਆ ਅਸਲੀ ਮਰਿਆਦਾ ਨਾਲੋਂ ਟੁੱਟ ਕੇ ਗਲਤ ਪਾਸਿਆਂ ਨੂੰ ਚਲੀ ਜਾਵੇ। ਸੋ ਇਸ ਕਰਕੇ ਇਹ ਜਿਹੜੇ ਗੁੰਮਰਾਹ ਕਰਨ ਵਾਲੇ ਲੋਕ ਆ ਉਹਨਾਂ ਤੋਂ ਹਮੇਸ਼ਾ ਸਾਵਧਾਨ ਰਹਿਣਾ। ਕਲਗੀਧਰ ਜੀ ਨੇ ਮਰਿਆਦਾ ਕਾਇਮ ਕਰ ਦਿੱਤੀ ਆ। ਪਹਿਲਾਂ 13 ਦਿਨਾਂ ਦੀ ਮਰਿਆਦਾ ਹੁੰਦੀ ਸੀ। 10ਵੇਂ ਪਾਤਸ਼ਾਹ ਨੇ ਦੁਸਹਿਰੇ ਤੱਕ ਕੀਤੀ ਹੈ ਕਿ 10ਵੇਂ ਦਿਨ ਤੱਕ ਸਾਰਾ ਕਾਰ ਸਿੰਘਾਂ ਦਾ ਹੋ ਜਾਣਾ ਚਾਹੀਦਾ। ਇਹਨਾਂ ਦਿਨਾਂ ਵਿੱਚ ਵੀ ਸੋਗ ਦੇ ਸਹਿਤ ਨਹੀਂ ਰਹਿਣਾ ਚਾਹੀਦਾ। ਹੁਕਮ ਕੀਤਾ ਹੈ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਭਾਇਆ। ਰਾਮਕਲੀ ਸੱਦ 923 ਅੰਗ ਤੇ ਰਾਮਕਲੀ ਸੱਦ ਹੈ, ਜਿਵੇਂ 773 ਤੇ ਲਾਵਾਂ ਦਾ ਪਾਠ ਹੁੰਦਾ। ਇਸੇ ਪ੍ਰਕਾਰ ਜਿਹੜਾ ਰੋਵੇਗਾ ਉਹ ਸਾਨੂੰ ਚੰਗਾ ਨਹੀਂ ਲੱਗਿਆ, ਜੋ ਰੋਵੈ ਸੋਈ ਪਤ ਖੋਵੈ ਆਪ ਦੀ। ਇਸ ਕਰਕੇ ਸਾਧ ਸੰਗਤ ਜੀ ਭਾਣਾ ਮੰਨਣਾ, ਵਾਹਿਗੁਰੂ ਦੀ ਰਾਜਾ ਵਿੱਚ ਚੱਲਣਾ ਜਾਂ ਗੁਰਮਤਿ ਅਨੁਸਾਰ ਵਰਤਣਾ, ਅੰਤ ਸੰਸਕਾਰ ਇਸ ਪ੍ਰਕਾਰ ਪ੍ਰਾਣੀ ਦਾ ਗੁਰਮਤਿ ਅਨੁਸਾਰ ਹੋਣਾ ਚਾਹੀਦਾ। ਇਸ ਪ੍ਰਕਾਰ ਕਰਨ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਆਪ ਦਾ ਬਿਰਦ ਜਾਣ ਕੇ ਉਹਨੂੰ ਆਪਣੇ ਚਰਨੀ ਲਾ ਲੈਣਗੇ, ਬਖਸ਼ ਲੈਣਗੇ। ਹੁਣ ਅੱਜ ਕੱਲ ਜਿਹੜਾ ਹੈ ਕਿ ਚਲੋ 5ਵੇਂ ਨੂੰ ਐਤਵਾਰ ਹੈ, ਰਿਸ਼ਤੇਦਾਰ ਆਏ ਹੋਏ ਨੇ, 5ਵੇਂ ਨੂੰ ਭੋਗ ਪਾ ਦਿਓ, 7ਵੇਂ ਨੂੰ ਪਾ ਦਿਓ। ਇਹ ਆਪਾਂ ਜਿਹੜੇ ਆਪਣੇ ਮ੍ਰਿਤਕ ਪ੍ਰਾਣੀ ਨੇ, ਬਜ਼ੁਰਗ ਨੇ ਜਾਂ ਕੋਈ ਜਾਣ ਵਾਲਾ, ਉਹਦੇ ਨਾਲ ਆਪਾਂ ਇੱਕ ਬੜਾ ਵੱਡਾ ਧੋਖਾ ਕਰ ਰਹੇ ਹਾਂ, ਕਿਉਂਕਿ ਉਹਦੇ ਨਾਲ ਪ੍ਰਾਣੀ ਦੀ ਕਲਿਆਣ ਨਹੀਂ ਹੁੰਦੀ। ਇੱਕ ਚੀਜ਼ ਮਹਿਬ ਜੀ ਦੇ ਹਿਰਦੇ 'ਚ ਨਾਮ ਵਸਿਆ ਹੋਇਆ ਉਹਦਾ ਤਾਂ ਸਰ ਜਾਂਦਾ। ਜਿਨ੍ਹਾਂ ਦੇ ਹਿਰਦੇ 'ਚ ਨਾਮ ਦਾ ਵਾਸਾ ਨਹੀਂ, ਉਹਦਾ ਜਦ ਆਪਾਂ 10ਵੇਂ ਦਿਨ ਤੱਕ ਭੋਗ ਨਹੀਂ ਪਾਉਂਦੇ, ਉਹ ਪ੍ਰਾਣੀ ਦਾ ਕਲਿਆਣ ਨਹੀਂ ਹੁੰਦਾ, ਬਹੁਤ ਮੁਸ਼ਕਲ 'ਚ ਹੋ ਜਾਂਦਾ ਉਹਨੂੰ। ਜਿਹੜੀ ਕਲਗੀਧਰ ਮਹਾਰਾਜ ਦੇ ਮੁਖ ਵਿੱਚੋਂ ਬਚਨ ਨਿਕਲਿਆ ਕਿ 10ਵੇਂ ਦਿਨ ਹੀ ਜਾ ਕੇ ਭੋਗ ਪਾਉਣਾ, ਉਹੀ ਕਰਨਾ। ਉਹ ਨਹੀਂ ਦੇਖਣਾ ਕਿ ਉਦੋਂ ਬੁੱਧਵਾਰ ਹੈ ਜੀ, ਉਦੋਂ ਹੁਣ ਆਹ ਚੀਜ਼ ਆ ਗਈ, ਉਹ ਆ ਗਈ। ਅੱਜ ਕੱਲ ਸਾਰੇ ਜਾਣੇ ਇਹਨਾਂ ਗੱਲਾਂ ਨੂੰ ਲੈ ਕੇ ਮਰਿਆਦਾਵਾਂ ਨੂੰ ਸਾਰੇ ਵਿਗਾੜ ਰਹੇ ਨੇ, ਤੇ ਉਹਨਾਂ ਨੂੰ ਫਿਰ ਇਹਨਾਂ ਗੱਲਾਂ ਦੀ ਤਕਲੀਫ ਵੀ ਹੋਣੀ ਹੈ, ਮੁਸ਼ਕਲਾਂ ਵੀ ਆਉਣਗੀਆਂ। ਉਹਨਾਂ ਦੇ ਚੜ੍ਹਾਈ ਕਰਨ ਵਾਲਿਆਂ ਨੂੰ ਵੀ, ਪਰਿਵਾਰ ਵਿੱਚ ਵੀ ਕਾਫੀ ਮੁਸ਼ਕਲ ਖੜੀ ਹੋ ਸਕਦੀ ਹੈ। ਇਸ ਕਰਕੇ ਸਾਧ ਸੰਗਤ ਜੀ ਭਾਣਾ ਮੰਨਣਾ ਹੈ। ਕਲਗੀਧਰ ਜੀ ਨੇ ਕਿਹਾ ਜਿਸ ਪੁਰਸ਼ ਨੇ ਅੰਮ੍ਰਿਤ ਛਕਿਆ ਹੈ, ਜੇ ਉਹ ਗਲਤੀਆਂ ਕਰੇਗਾ, ਜੇ ਨਰਕ ਵਿੱਚ ਪਵੇਗਾ, ਫਿਰ ਵੀ ਉਹਦੀਆਂ ਗਲਤੀਆਂ ਮਾਫ ਕਰਕੇ ਆਪ ਦਾ ਸਿੱਖ ਜਾਣ ਕੇ ਉਹਦੇ ਕੇਸਾਂ ਦੀ ਨਿਸ਼ਾਨੀ ਤੋਂ ਪਕੜ ਕੇ ਕੱਢ ਲਵਾਂਗੇ। ਇਹ ਬਚਨ ਮਹਾਰਾਜ ਸਾਹਿਬ ਨੇ ਭਾਈ ਦਾਨ ਸਿੰਘ ਨੂੰ ਕਿਹਾ ਸੀ। ਇਸ ਨੇ ਕਿਹਾ ਮਹਾਰਾਜ ਜੀ ਮੇਰੇ ਦਾੜੇ ਦੀ ਨਿਸ਼ਾਨੀ ਜਾਣ ਲਓ। ਮਹਾਰਾਜ ਸਾਹਿਬ ਜੀ ਨੇ ਕਿਹਾ ਨਹੀਂ ਭਾਈ, ਕੇਸ ਰੱਖਣੇ ਪੈਣਗੇ। ਮਹਾਰਾਜ ਜੀ ਜਿਹੜੇ ਕੇਸ ਨਹੀਂ ਰੱਖਦੇ ਉਹਨਾਂ ਦਾ ਉੱਥੇ ਕੀ ਹਾਲ ਹੁੰਦਾ। ਮਹਾਰਾਜ ਸਾਹਿਬ ਨੇ ਕਿਹਾ ਜੇ ਦੇਖਣਾ ਚਾਹੁੰਦਾ ਦੇਖ ਲੈ, ਤਾਂ ਦਿਖਾਇਆ ਸੀ। ਫਿਰ ਮੱਥੇ ਤੇ ਹੱਥ ਰੱਖ ਕੇ ਮਹਾਰਾਜ ਸਾਹਿਬ ਨੇ ਕਿਹਾ ਮਹਾਰਾਜ ਜੀ ਦੀ ਮਾਲ ਕੌਂਸੀਏ ਦੀ ਵਾਰ ਬਾਬਾ ਦੀਪ ਸਿੰਘ ਨੇ ਲਿਖੀ ਹੈ, ਜੋ ਪਟਨੇ ਸਾਹਿਬ ਵਾਲੇ 10ਵੇਂ ਗ੍ਰੰਥ ਵਿੱਚ, ਉਹਦੇ ਵਿੱਚ ਆਉਂਦਾ ਹੈ ਬਿਨ ਕੇਸਾਂ ਸਿਰ ਕੁੱਟੀਆਂ ਚਿੰਗਾਰੇ ਕੌਣ ਛੁਡਾਏ ਹੈ। ਚੀਕਾਂ ਮਾਰੇਗਾ ਪੱਥਰ ਦੀ ਜੂਨ ਪਾਇਆ ਜਾਏਗਾ। ਜਿਹੜਾ ਕੇਸਾਂ ਨੂੰ ਕਤਲ ਕਰਾਉਣ ਵਾਲਾ ਆਦਮੀ ਹੈ ਉਹਨੂੰ ਫੇਰ ਮਨੁੱਖ ਜੂਨ ਕਦੇ ਵੀ ਨਹੀਂ ਦਿੰਦੇ। ਪੱਥਰ ਕਈ ਸੈਂਕੜੇ ਯੁੱਗ ਬਣ ਕੇ ਪਿਆ ਰਹੇਗਾ। ਇਸ ਕਰਕੇ ਕੇਸਾਂ ਨੂੰ ਕਦੇ ਕਤਲ ਨਹੀਂ ਕਰਾਉਣਾ ਚਾਹੀਦਾ। ਕੇਸਾਂ ਤੋਂ ਅਸੀਂ ਕਾਢੀ ਨਰਕ ਤੇ ਧੂ, ਜਿਵੇਂ ਬਾਣੀ ਵਿੱਚ ਮਹਾਰਾਜ ਨੇ ਲਿਖਿਆ, ਇਉਂ ਸਿਆਣ ਕੇ ਉਹਦੀਆਂ ਗਲਤੀਆਂ ਮਾਫ ਕਰਕੇ ਨਰਕ ਵਿੱਚੋਂ ਧੂ ਕੇ ਕੱਢ ਕੇ ਫੇਰ ਮਨੁੱਖਾ ਜਨਮ ਦੇ ਕੇ ਉਹਨੂੰ ਬਖਸ਼ ਲਵਾਂਗੇ, ਮੇਲ ਲਵਾਂਗੇ। ਸ੍ਰੀ ਗੁਰੂ ਕਲਗੀਧਰ ਸਾਹਿਬ ਦੇ ਬਚਨ ਵਿਜੈ ਮੁਕਤ ਧਰਮ ਸ਼ਾਸਤਰ ਵਿੱਚ ਹਨ। ਸਾਧ ਸੰਗਤ ਜੀ ਸਤਿਗੁਰੂ ਸਾਹਿਬ ਦਾ ਬਖਸ਼ਿੰਦ ਬਿਰਦਾ ਜਿਹੜਾ ਭੁੱਲਿਆ ਹੋਇਆ ਸਿੰਘ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਆ ਜਾਵੇਗਾ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰੂ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰੂ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ। ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰੂ ਮੁਕਤ ਨਾ ਪਾਏ। ਫਿਰ ਗੁਰੂ ਸਾਹਿਬ ਦੀ ਸ਼ਰਨ ਪਵੇ ਉਹ ਮੁਕਤ ਹੁੰਦਾ। ਜਿਸ ਨੇ ਗੁਰੂ ਸਾਹਿਬ ਦੇ ਬਚਨ ਨੂੰ ਮੰਨਿਆ ਉਹ ਸੰਗਤਾਂ ਨਾਲ ਮਿਲ ਕੇ ਬਖਸ਼ਿਆ ਗਿਆ। ਜਿਹੜਾ ਸੰਗਤ ਤੋਂ ਵਿਛੜ ਗਿਆ ਉਹਨੂੰ ਸਾਧ ਸੰਗਤ ਜੀ ਸੰਗਤ ਹੀ ਮਿਲਾ ਸਕਦੀ। ਇਸ ਪ੍ਰਕਾਰ ਸਤਿਗੁਰੂ ਸਾਹਿਬ ਨੇ ਮਰਿਆਦਾ ਕਾਇਮ ਕੀਤੀ। ਇਸ ਵਿੱਚ ਹਮੇਸ਼ਾ ਹੀ ਲਈ ਗੁਰਸਿੱਖਾਂ ਨੂੰ ਵਰਤਣਾ ਚਾਹੀਦਾ ਹੈ। ਅੰਤਮ ਸੰਸਕਾਰ ਹੈ। ਸੋ ਇਸ ਤਰ੍ਹਾਂ ਅੰਤਮ ਸੰਸਕਾਰ ਆਪਾਂ ਸ਼ਰਵਣ ਕੀਤਾ ਸਾਰਿਆਂ ਨੇ। ਸੋ ਮਰਿਆਦਾਵਾਂ ਜਿਹੜੀਆਂ ਸੁਣੀਆਂ ਧਿਆਨ ਦੇ ਨਾਲ ਕਮਾਉਣਾ। ਇੱਥੇ ਸੋ ਸਾਧ ਸੰਗਤ ਜੀ ਜਿਹੜੇ 5 ਸੰਸਕਾਰ ਨੇ ਖਾਲਸੇ ਦੇ, ਉਹ ਸੰਪੂਰਨ ਕੀਤੇ ਨੇ ਮਹਾਂਪੁਰਖਾਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।